बहुत स्वागत है जी सारिਆਂ ਦਾ। मैं हाँ सुरिंदर डल्ला। ਤੁਸੀਂ ਵੇਖ ਰਹੇ ਹੋ ਸਾਡਾ ਬਹੁਤ ਹੀ ਖਾਸ ਪ੍ਰੋਗਰਾਮ ਖਬਰ ਪੜਤਾਲ। ਵੱਖ-ਵੱਖ ਖਬਰਾਂ ਦਾ ਐਨਾਲਿਸਿਸ ਔਰ ਸਾਡੇ ਨਾਲ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਰੰਧਾਵਾ ਜੀ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਰੰਧਾਵਾ ਜੀ ਅੱਜ ਪੰਜਾਬ 'ਚ ਕਾਂਗਰਸ ਦੇ ਨਵੇਂ ਪ੍ਰਧਾਨ ਰਾਜਾ ਵੜਿੰਗ ਨੇ ਪ੍ਰਧਾਨਗੀ ਦੀ ਸਹੁੰ ਚੱਕ ਲਈ। ਅੱਜ ਸਹੁੰ ਹੀ ਸੀ, ਮੈਂ ਸੁਣਿਆ ਸਹੁੰ ਹੀ ਚੱਕੀ ਉਹਨਾਂ ਨੇ। ਤੇ ਕਾਂਗਰਸ ਦੇ ਕਈ ਲੀਡਰਾਂ ਦੇ ਅੱਜ ਬਿਆਨ ਵੀ ਆਏ। ਰਾਜਾ ਵੜਿੰਗ ਨੇ 3D ਦੀ ਗੱਲ ਕੀਤੀ ਪਰ ਮੈਂ ਦੇਖ ਰਿਹਾ ਸੀ ਕਿ ਰਾਜਾ ਵੜਿੰਗ ਨੇ ਮੰਚ ਤੋਂ ਆਪਣੇ ਭਾਸ਼ਣ ਤੋਂ ਪੰਜਾਬ ਦੇ ਮੁੱਦੇ ਨਹੀਂ ਚੱਕੇ, ਕੋਈ ਲਲਕਾਰ ਨਹੀਂ ਭਰੀ ਵੀ ਅਸੀਂ ਮਾਈਨਿੰਗ ਮਾਫੀਆ ਦੇ ਖਿਲਾਫ ਲੜਾਂਗੇ, ਅਸੀਂ ਸ਼ਰਾਬ ਮਾਫੀਆ ਦੇ ਖਿਲਾਫ ਲੜਾਂਗੇ, ਅਸੀਂ SYL ਤੇ ਸੰਘਰਸ਼ ਕਰਾਂਗੇ, ਅਸੀਂ ਚੰਡੀਗੜ੍ਹ ਤੇ ਸੰਘਰਸ਼ ਕਰਾਂਗੇ, ਅਸੀਂ ਪੰਜਾਬੀ ਬੋਲਦੇ ਇਲਾਕਿਆਂ ਤੇ ਸੰਘਰਸ਼ ਕਰਾਂਗੇ, ਅਸੀਂ ਨਸ਼ਿਆਂ ਤੇ ਸੰਘਰਸ਼ ਕਰਾਂਗੇ, ਅਸੀਂ ਬੇਰੁਜ਼ਗਾਰੀ ਤੇ ਸੰਘਰਸ਼ ਕਰਾਂਗੇ, ਅਸੀਂ ਪੰਜਾਬ ਦੇ ਲਈ तमाम ਮੁੱਦਿਆਂ ਤੇ ਸੰਘਰਸ਼ ਕਰਾਂਗੇ। ਹਾਂ, ਪਾਰਟੀ ਦੇ ਫੋਕਸ ਉਹਨਾਂ ਦਾ ਜ਼ਿਆਦਾ ਰਿਹਾ ਕਿ ਪਾਰਟੀ 'ਚ ਡਿਸਪਲਿਨ ਹੋਣਾ ਚਾਹੀਦਾ ਹੈ, ਅਨੁਸ਼ਾਸਨ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਊਗਾ। ਕਰਪਸ਼ਨ ਤੇ ਗੱਲ ਨਹੀਂ ਕੀਤੀ। ਕਰਪਸ਼ਨ ਬਾਰੇ ਵੀ ਕਹਿ ਦਿੰਦੇ ਕਿ ਕਰਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਊਗੀ ਕਾਂਗਰਸ। ਇਹ ਗੱਲਾਂ ਹੋ ਜਾਂਦੀਆਂ ਤੇ ਲੱਗਣਾ ਸੀ ਕਿ ਹਾਂ ਕਾਂਗਰਸ ਪਾਰਟੀ ਪੰਜਾਬ ਦੇ ਲਈ ਲੜ ਮਰਨ ਦੇ ਲਈ, ਜੂਝਣ ਦੇ ਲਈ ਤਿਆਰ ਹੈ। ਇੰਜ ਲੱਗਿਆ ਜਿਵੇਂ ਕਾਂਗਰਸ ਪਾਰਟੀ ਸਿਰਫ ਅਹੁਦਿਆਂ ਲਈ ਅੱਜ ਕੰਮ ਕਰ ਰਹੀ ਹੈ। ਚਲੋ, ਮੇਰਾ ਵਿਚਾਰ ਵੱਖਰਾ ਹੋ ਸਕਦਾ। ਦੇਸ਼ ਨੂੰ ਜਦੋਂ ਕਾਂਗਰਸ ਦੀ ਸਥਾਪਨਾ ਹੋਈ ਤਾਂ ਦੇਸ਼ ਦੀ ਆਜ਼ਾਦੀ 'ਚ ਵੀ ਭੂਮਿਕਾ ਅਦਾ ਕੀਤੀ ਤੇ ਹੁਣ ਪੰਜਾਬ ਨੂੰ ਕਈ ਚੀਜ਼ਾਂ ਤੋਂ ਆਜ਼ਾਦੀ ਦਿਵਾਉਣ ਦੀ ਲੋੜ ਹੈ, ਭੂਮਿਕਾ ਅਦਾ ਕੀਤੀ ਜਾ ਸਕਦੀ ਹੈ। ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਜਿਹੜੇ ਨਾਰਾਜ਼ ਵੀ ਨੇ, ਉਹਦੀ ਵੀ ਗੱਲ ਕਰਾਂਗੇ। ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਤੇ ਹਮੇਸ਼ਾ ਦੀ ਤਰ੍ਹਾਂ ਮੀਡੀਆ ਦਾ ਕੱਪੜ ਛਾਣ ਜਾਰੀ ਹੈ। ਨਵਜੋਤ ਸਿੰਘ ਸਿੱਧੂ ਅਗਰ ਕਿਤੇ ਚਲਿਆ ਜਾਵੇ ਤਾਂ ਵੀ ਸਵਾਲ, ਨਾ ਜਾਵੇ ਤਾਂ ਵੀ ਸਵਾਲ, ਬੋਲੇ ਤਾਂ ਵੀ ਸਵਾਲ, ਚੁੱਪ ਰਵੇ ਤਾਂ ਵੀ ਸਵਾਲ। ਇਹ ਮੈਨੂੰ ਪਤਾ ਕਿਉਂ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਮੁੱਦਿਆਂ ਤੇ ਲੜਾਈ ਲੜਦਾ। ਸੋ ਪੱਤਰਕਾਰ ਨਿਰਪੱਖਤਾ ਨਾਲ ਸਵਾਲ ਪੁੱਛਦੇ ਨੇ, ਗੱਲ ਭਾਵੇਂ ਕਿਸੇ ਪਾਸੇ ਚਲੀ ਜਾਵੇ, ਪੱਤਰਕਾਰਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਗਿਲਾ ਨਹੀਂ ਹੈ। ਇਹ ਵੀ ਮੈਂ ਜਾਣਨਾ ਚਾਹੂੰਗਾ ਕਿ ਤੁਹਾਡੀ ਨਜ਼ਰ ਮੁਤਾਬਕ ਆਮ ਆਦਮੀ ਪਾਰਟੀ ਨੇ ਕਿਹੋ ਜਿਹੀ ਤਿਆਰੀ ਖਿੱਚੀ ਹੈ ਰੇਤ ਮਾਫੀਆ ਖਤਮ ਕਰਨ ਲਈ। ਮੇਰੇ ਕੋਲੇ ਵੀ ਇੱਕ ਜਾਣਕਾਰੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਟੀਮ, ਆਮ ਆਦਮੀ ਪਾਰਟੀ ਦੀ ਟੀਮ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਔਰ ਕਾਂਗਰਸ ਦੇ ਸ਼ਾਸਨ ਕਾਲ ਦੌਰਾਨ ਕਈ ਮੰਤਰੀਆਂ ਦੇ ਚਿੱਠੇ ਖੋਲਣ ਜਾ ਰਹੀ ਹੈ। ਹੁਣ ਜੇ ਉਹ ਚਿੱਠੇ ਕੱਚੇ ਹੋਏ ਪਤਾ ਨਹੀਂ ਕੀ ਬਣਨਾ। ਕਹਿੰਦੇ ਕਈ ਮਹਿਕਮਿਆਂ 'ਚ, ਰੇਤੇ ਦੇ ਮਹਿਕਮੇ 'ਚ, ਸ਼ਰਾਬ ਦੇ ਮਹਿਕਮੇ ਦੇ ਵਿੱਚ, ਅਨਾਜ ਮੰਡੀਆਂ ਦੇ ਮਹਿਕਮੇ ਦੇ ਵਿੱਚ, ਕਣਕ ਦੀ ਕ੍ਰੈਸ਼ ਕ੍ਰੈਡਿਟ ਲਿਮਿਟ ਦੇ ਮਾਮਲੇ ਦੇ ਵਿੱਚ, ਸਕਾਲਰਸ਼ਿਪ ਦੇ ਮਾਮਲੇ ਦੇ ਵਿੱਚ, ਰੇਤ ਤੇ ਸ਼ਰਾਬ ਦੀ ਗੱਲ ਮੈਂ ਪਹਿਲਾਂ ਕਰ ਲਈ, ਟਰਾਂਸਪੋਰਟ ਦੇ ਮਹਿਕਮੇ ਦੇ ਵਿੱਚ ਵੀ ਇਹੋ ਜਿਹੇ 9-10 ਚੀਜ਼ਾਂ ਦੀ ਕਹਿੰਦੇ ਉਹ ਸੂਚੀ ਬਣਾਈ ਬੈਠੇ ਨੇ ਤੇ ਕਈ ਮੰਤਰੀ ਨੇ ਜਿਹੜੇ ਉਹਨਾਂ ਦੇ ਮਹਿਕਮੇ ਵਾਲੇ, ਉਹ ਵੀ ਹੁਣ ਜਿਵੇਂ ਜਿਵੇਂ ਖਬਰਾਂ ਬਾਹਰ ਆਉਣਗੀਆਂ ਸੋਚਣਗੇ ਵੀ ਗੱਲ ਕਿੱਧਰ ਨੂੰ ਜਾਂਦੀ ਹੈ। ਸੋ ਅਰਵਿੰਦ ਕੇਜਰੀਵਾਲ ਫਾਈਨਲੀ ਸਰਕਾਰ 'ਚ ਕਰਪਸ਼ਨ ਨੂੰ ਕਲੀਨ ਕਰਨ ਦੀ ਦਿਸ਼ਾ 'ਚ ਅੱਗੇ ਵਧ ਰਹੇ ਨੇ। ਸਵਾਗਤ ਕੀਤਾ ਜਾਣਾ ਚਾਹੀਦਾ ਇਹਦਾ। ਪੁਰਾਣੇ ਮੰਤਰੀਆਂ ਦੇ ਬਹੁਤ ਤਰ੍ਹਾਂ ਦੇ ਇਲਜ਼ਾਮ ਲੱਗੇ। ਕੈਪਟਨ ਅਮਰਿੰਦਰ ਤਾਂ ਕਹਿੰਦੇ ਸੀ ਮੈਨੂੰ ਪਤਾ ਹੈ ਕਈ ਮੰਤਰੀਆਂ ਦੀਆਂ ਫਾਈਲਾਂ ਨੇ। ਮੈਨੂੰ ਲੱਗਦਾ ਉਹ ਫਾਈਲਾਂ ਹੁਣ ਹੱਥ ਲੱਗ ਗਈਆਂ ਅਰਵਿੰਦ ਕੇਜਰੀਵਾਲ ਦੀ ਟੀਮ ਦੇ, ਭਗਵੰਤ ਮਾਨ ਦੇ, ਕਾਂਗਰਸ ਪੰਜਾਬ ਦੀ ਸਰਕਾਰ ਦੇ। ਸੋ ਆਉਂਦੇ ਸਮੇਂ 'ਚ ਇਹ ਜਾਂਚ ਜਿਵੇਂ ਜਿਵੇਂ ਅੱਗੇ ਵਧੂਗੀ ਇਹ ਵੇਖਾਂਗੇ ਇਹਦੇ 'ਚੋਂ ਕੀ ਨਿਕਲਦਾ। ਤੇ ਤੁਸੀਂ ਅੱਜ ਇਹ ਵੀ ਦੱਸਿਓ ਕਿ ਸਮੇਂ-ਸਮੇਂ ਤੇ ਕਾਂਗਰਸ ਦੇ ਬਹੁਤ ਸਾਰੇ ਲੀਡਰ ਨੇ, ਉਹਨਾਂ ਨੇ ਕਾਂਗਰਸ ਛੱਡਤੀ ਤੇ ਉਹ ਕੀ ਖਤਮ ਹੋ ਗਏ ਜਾਂ ਉਹਨਾਂ ਨੇ ਕਾਂਗਰਸ ਖਤਮ ਕਰਤੀ ਸੂਬਿਆਂ 'ਚ। ਇਹ ਬੜਾ ਦਿਲਚਸਪ ਐਨਾਲਿਸਿਸ ਰਹੂਗਾ। ਸ਼ੁਰੂ ਇਹਦੇ ਤੋਂ ਹੀ ਕਰਾਂਗੇ, ਬਾਕੀ ਗੱਲਾਂ ਸਾਰੀਆਂ ਬਾਅਦ 'ਚ ਕਰਾਂਗੇ। ਬਹੁਤ ਚਰਚੇ ਨੇ, ਬੜੇ ਕਿਆਸ ਨੇ, ਅਨੁਸ਼ਾਸਨ ਦੀਆਂ ਗੱਲਾਂ ਹੋਣ ਲੱਗ ਗਈਆਂ। ਕਈ ਲੋਕ ਕਹਿੰਦੇ ਮੈਦਾਨ ਤਿਆਰ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਨੂੰ ਧੱਕਣ ਦਾ, ਸੁਨੀਲ ਜਾਖੜ ਨੂੰ ਧੱਕਣ ਲਈ ਨੋਟਿਸ ਚਲੇ ਗਏ। ਵੈਸੇ ਨੋਟਿਸ ਬੀਬੀ ਪ੍ਰਨੀਤ ਕੌਰ ਨੂੰ ਵੀ ਦਿੱਤਾ ਸੀ। ਅੱਜ ਮੈਂ ਸੁਣ ਰਿਹਾ ਸੀ ਹਰੀਸ਼ ਚੌਧਰੀ ਨੂੰ ਕਹਿੰਦੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਦੀ ਖੈਰ ਨਹੀਂ। ਰਾਜਾ ਵੜਿੰਗ ਵੀ ਕਹਿ ਰਹੇ ਸੀ। ਤੇ ਮਾੜਾ ਜਿਹਾ ਦੱਸਿਓ ਕਾਂਗਰਸ 'ਚ ਅਨੁਸ਼ਾਸਨ ਦੀ ਮਹੱਤਤਾ ਕਿੰਨੀ ਕੁ ਹੁੰਦੀ ਹੈ? ਦੇਖੋ ਡੱਲਾ ਜੀ, ਤੁਸੀਂ ਅੱਜ ਬਿਲਕੁਲ ਇਹ ਗੱਲ ਜਿਹੜੀ ਤੁਹਾਡੇ ਓਪਨਿੰਗ ਰਿਮਾਰਕਸ ਨੇ ਉਹ ਇਸ ਗੱਲ ਤੋਂ ਸ਼ੁਰੂ ਹੁੰਦੇ ਨੇ ਕਿ ਕਾਂਗਰਸ ਨੇ ਅੱਜ ਇੱਕ ਨਵੇਂ ਪ੍ਰਧਾਨ ਨੂੰ ਅਹੁਦਾ ਚੁਕਾਇਆ ਜਾਂ ਨਵੇਂ ਪ੍ਰਧਾਨ ਨੇ ਅੱਜ ਆਪਣਾ ਅਹੁਦਾ ਚੱਕਿਆ। ਔਰ ਜਿਸ ਤਰ੍ਹਾਂ ਦੀ ਤੁਸੀਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ, ਆਪਾਂ ਬਾਕੀ ਬਾਅਦ ਦੇ ਵਿੱਚ ਸਾਰੀਆਂ ਗੱਲਾਂ ਦੇ ਵਿੱਚ ਆਇਆ, ਜੋ ਇੱਕ ਲਹਿਜ਼ਾ ਹੋਣਾ ਚਾਹੀਦਾ ਸੀ ਉਹਨਾਂ ਦਾ, ਜੋ ਇੱਕ ਹੰਕਾਰ ਹੋਣੀ ਚਾਹੀਦੀ ਸੀ,
ਜੋ ਇੱਕ ਤਰ੍ਹਾਂ ਦੀ ਕਾਂਗਰਸ ਪਾਰਟੀ ਨੂੰ ਖੜਾ ਕਰਨ ਵਾਲੀ, ਦੁਬਾਰਾ ਜੀਵਿਤ ਕਰਨ ਵਾਲੀ, ਜੋ ਇਸ ਤਰ੍ਹਾਂ ਦੀ ਉਹਨਾਂ ਦੀ ਜੋਸ਼ੀਲਾਪਨ ਹੋਣਾ ਚਾਹੀਦਾ ਸੀ ਉਹਨਾਂ ਦੇ ਭਾਸ਼ਣ ਦੇ ਵਿੱਚ, ਉਹ ਕਿਤੇ ਨਾ ਕਿਤੇ ਮਿਸਿੰਗ ਨਜ਼ਰ ਆਇਆ। ਦਰਅਸਲ ਗੱਲ ਇਹ ਆ ਦੱਲਾ ਜੀ, ਜੋ ਵਿਅਕਤੀ ਲਗਾਤਾਰ ਇਸ ਗੱਲ ਨੂੰ ਸੋਚ ਕੇ ਉਹਦੇ ਅੰਦਰ ਡਰ ਪੈਦਾ ਹੋਵੇ ਕਿ ਕੀ ਮੈਂ ਕਾਂਗਰਸ ਨੂੰ ਇਕੱਠਾ ਕਰ ਪਾਊਂਗਾ, ਕੀ ਮੇਰੇ ਨਾਲ ਜਿਹੜੇ ਸੀਨੀਅਰ ਕਾਂਗਰਸ ਦੇ ਲੀਡਰ ਆ ਉਹ ਚੱਲਣਗੇ, ਉਹ ਗੱਲ ਤਾਂ ਕਰਦੇ ਆ। ਤੁਸੀਂ ਬੜੀ ਵਧੀਆ ਗੱਲ ਕੀਤੀ ਆ, ਉਹਨਾਂ ਨੇ 3Ds ਦੀ ਗੱਲ ਕੀਤੀ ਆ। ਉਹ ਕਹਿੰਦੇ ਜੀ ਮੈਂ 3Ds ਤੇ ਕੰਮ ਕਰਨਾ, ਮੈਂ ਗੱਲ ਕਰਨੀ ਆ ਡਿਸਪਲਿਨ ਦੀ, ਡੈਡੀਕੇਸ਼ਨ ਦੀ, ਡਾਇਲੌਗ ਦੀ। ਬਿਲਕੁਲ ਆ ਗੱਲ ਕਰੋ। ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ, ਉਹ ਕਹਿੰਦੇ ਬਹੁਤ ਚੰਗੀ ਗੱਲ ਆ। ਅੱਜ ਨਵਜੋਤ ਸਿੰਘ ਸਿੱਧੂ ਹੋਣਾ ਦੀਆਂ ਜੋ ਤਸਵੀਰਾਂ ਆਈਆਂ ਨੇ ਰਾਜਾ ਵੜਿੰਗ ਦੇ ਨਾਲ, ਉਹ ਬੜੀਆਂ ਵਧੀਆ, ਬੜੀਆਂ ਸੁਹਿਰਦ ਇੱਕ ਵਿਅਕਤੀ ਦੀਆਂ ਪਿਕਚਰਾਂ ਆਈਆਂ ਨੇ, ਤਸਵੀਰਾਂ ਆਈਆਂ ਨੇ, ਜਿੱਥੇ ਉਹਨਾਂ ਨੂੰ ਥਾਪੀ ਦਿੰਦੇ ਹੋਏ ਨਜ਼ਰ ਆਉਂਦੇ ਆ, ਤੇ ਰਾਜਾ ਵੜਿੰਗ ਵੀ ਅੱਗੋਂ ਇੱਕ ਛੋਟੇ ਭਰਾ ਦੀ ਤਰ੍ਹਾਂ ਹੱਥ ਜੋੜ ਕੇ ਖੜੇ ਆ। ਤਸਵੀਰਾਂ ਕਈ ਕੁਝ ਬੋਲਦੀਆਂ ਹੁੰਦੀਆਂ ਨੇ। ਅੰਗਰੇਜ਼ੀ ਦੇ ਵਿੱਚ ਜਿਸ ਤਰ੍ਹਾਂ ਕਹਿੰਦੇ ਆ ਪਿਕਚਰ ਸਪੀਕ 1000 words। ਤਾਂ ਇਹ ਤੁਹਾਡੀ ਗੱਲ ਬਿਲਕੁਲ ਠੀਕ ਆ, ਲੇਕਿਨ ਜਦੋਂ ਡਿਸਪਲਿਨ ਦੀ ਗੱਲ ਹੋਵੇ ਤੇ ਫਿਰ ਨਵਜੋਤ ਸਿੰਘ ਸਿੱਧੂ ਕਹਿੰਦੇ ਆ ਵੀ ਇੱਕ ਧੜੇ ਦਾ ਡਿਸਪਲਿਨ ਨਹੀਂ ਹੋਣਾ ਚਾਹੀਦਾ। ਫਿਰ ਉਹ ਡਿਸਪਲਿਨ ਆਮ ਵਿਅਕਤੀ ਦਾ ਵੀ ਹੋਵੇ, ਤੇ ਉਹ ਡਿਸਪਲਿਨ ਚੀਫ ਮਿਨਿਸਟਰ ਦਾ ਵੀ ਹੋਵੇ, ਉਹ ਕਾਂਗਰਸ ਦੇ ਪ੍ਰਧਾਨ ਦਾ ਵੀ ਹੋਵੇ, ਬਾਕੀ ਅਹੁਦੇਦਾਰਾਂ ਦਾ ਵੀ ਹੋਵੇ। ਜਦੋਂ ਤੁਸੀਂ ਡਿਸਪਲਿਨ ਸਿਲੈਕਟਿਵਲੀ ਲਾਗੂ ਕਰਨ ਲੱਗ ਜਾਂਦੇ ਹੋ ਡੱਲਾ ਜੀ, ਪ੍ਰੋਬਲਮ ਉੱਥੇ ਆਉਂਦੀ ਹੈ। ਜੀ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ। ਪਰ ਕਾਂਗਰਸ ਮੈਂ ਤੁਹਾਡੀ ਗੱਲ ਤੋੜ ਕੇ ਗੱਲ ਕਰਨ ਲੱਗਿਆ, ਕਾਂਗਰਸ 'ਚ ਮਜਬੂਰੀਆਂ ਵੀ ਨੇ ਰੰਧਾਵਾ ਜੀ। ਕਾਂਗਰਸ 'ਚ ਕਈ ਵੱਡੇ ਵੱਡੇ ਲੀਡਰ ਕਾਣੇ ਵੀ ਨੇ, ਪੋਲੀਟੀਕਲ ਕਾਣੇ ਕਹਿ ਦਿਓ, ਜਿਵੇਂ ਆਪਾਂ ਕਹਿ ਦਿੰਦੇ ਆ ਨਾ ਸਿਆਸੀ ਤੌਰ ਤੇ ਕਾਣੇ। ਉਹਨਾਂ ਨੂੰ ਦਿੱਕਤ ਵੀ ਹੈ ਜਿਨ੍ਹਾਂ ਨੇ ਕੋਈ ਲਿਆ ਕੁਝ ਹੋਵੇ ਕਿਸੇ ਤੋਂ, ਕਾਣੇ ਤੋਂ ਭਾਵ ਅੱਖਾਂ ਤੋਂ ਨਹੀਂ, ਮੈਂ ਸਪਸ਼ਟ ਕਰਦਾ, ਕਹਿੰਦੇ ਕੁਝ ਲਿਆ ਹੋਵੇ ਕਿਸੇ ਤੋਂ ਤੇ ਫਿਰ ਕਲਮ ਡਿਸਪਲਿਨ ਵਾਲੀ ਚੱਲਦੀ ਨਹੀਂ। ਦੇਖੋ ਡੱਲਾ ਜੀ, ਤੁਹਾਡੀ ਗੱਲ ਬਿਲਕੁਲ ਠੀਕ ਆ, ਔਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਂਗਰਸੀ ਨੇਤਾ ਹੋ ਸਕਦੇ ਆ ਜਿਨ੍ਹਾਂ ਨੂੰ ਇਹ ਅੰਦਰ ਹੀ ਅੰਦਰ ਉਹਨਾਂ ਦੀ ਨਮੋਸ਼ੀ ਹੋਵੇ ਕਿ ਕਿਤੇ ਅਸੀਂ ਫੜੇ ਨਾ ਜਾਈਏ। ਔਰ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਦੀ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ, ਭਗਵੰਤ ਮਾਨ ਉਹਨਾਂ ਦੀ ਸਰਕਾਰ, ਉਹਨਾਂ ਨੇ ਕਈ ਤਰ੍ਹਾਂ ਦੀਆਂ ਸੂਚੀਆਂ ਤਿਆਰ ਕਰ ਲਈਆਂ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਸ਼ਾਇਦ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਲੈ ਸਕਦੇ ਆ, ਆਪਰੇਸ਼ਨ ਕਲੀਨ ਚਲਾਉਣਗੇ ਜੀ। ਉਹ ਜਿਹੜਾ ਐਕਸ਼ਨ ਲੈ ਸਕਦੇ ਆ ਜਾਂ ਜਿਸ ਤਰ੍ਹਾਂ ਵੀ ਹੈ। ਲੇਕਿਨ ਮੈਂ ਇਹਦੇ ਬਾਰੇ ਬਾਅਦ ਚ ਗੱਲ ਕਰੂੰਗਾ, ਕਿਉਂਕਿ ਅਸੀਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਮੇਰੇ ਕੋਲ ਕਈ ਐਗਜ਼ਾਮਪਲਸ ਨੇ, ਲੇਕਿਨ ਜਿਹੜੀ ਤੁਹਾਡੀ ਮੂਲ ਗੱਲ ਆ, ਪਹਿਲਾਂ ਕਾਂਗਰਸ ਤੇ ਜ਼ਰੂਰ ਆਉਣੇ, ਇਸ ਗੱਲ ਤੇ ਆਪਾਂ ਬਾਅਦ ਚ ਜਾਣਦੇ ਹਾਂ। ਕਾਂਗਰਸ ਦੇ ਅੰਦਰ ਬਹੁਤ ਸਾਰੇ ਨੇਤਾ ਦੀਆਂ ਜਿਹੜੀਆਂ ਨੇਤਾ ਰਹੇ ਨੇ, ਆਗੂ ਰਹੇ ਨੇ, ਉਹਨਾਂ ਦੇ ਕੀ ਵੀਕ ਪੁਆਇੰਟਸ ਨੇ, ਉਹਨਾਂ ਨੇ ਕੀ ਕੁਝ ਪਿਛਲੇ 5 ਸਾਲਾਂ ਦੇ ਵਿੱਚ ਕੀਤਾ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਇਹ ਵੀ ਸਾਨੂੰ ਪਤਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਹੋਵੇ ਜਾਂ ਬਾਅਦ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਣਾ ਦੀ ਸਰਕਾਰ ਹੋਵੇ, ਪੌਣੇ 5 ਸਾਲ ਕੈਪਟਨ ਅਮਰਿੰਦਰ ਸਿੰਘ ਰਹੇ ਆ, ਉਹਨਾਂ ਨੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਲਿਆ। ਬਲਕਿ ਜਦੋਂ ਉਹ ਕਾਂਗਰਸ ਤੋਂ ਬਾਹਰ ਵੀ ਚਲੇ ਗਏ ਸੀ, ਜਾ ਕੇ ਭਾਜਪਾ ਦੇ ਨਾਲ ਉਹਨਾਂ ਨੇ ਹੱਥ ਮਿਲਾ ਲਿਆ ਸੀ, ਤੇ ਉਦੋਂ ਗੱਲਾਂ ਕਰਦੇ ਸੀ ਕਿ ਮੇਰੇ ਕੋਲੇ ਬਹੁਤ ਸਾਰੀਆਂ ਫਾਈਲਾਂ ਮੌਜੂਦ ਨੇ, ਆਉਣ ਵਾਲੇ ਢੁੱਕਵੇਂ ਸਮੇਂ ਦੇ ਵਿੱਚ ਮੈਂ ਫਾਈਲਾਂ ਜਨਤਕ ਕਰੂੰਗਾ, ਪਰ ਉਹ ਕਦੇ ਕੀਤੀਆਂ ਨਹੀਂ ਉਹਨਾਂ ਨੇ। ਇਸ ਤੋਂ ਵੱਡਾ ਸੁਨਹਿਰੀ ਮੌਕਾ ਉਹਨਾਂ ਕੋਲੇ ਡੱਲਾ ਜੀ ਕੋਈ ਨਹੀਂ ਸੀ ਕਿ ਘੱਟੋ ਘੱਟ ਜਿਹੜੇ ਕਾਂਗਰਸੀਆਂ ਨੇ ਉਹਨਾਂ ਦੇ ਸਮੇਂ ਰਹਿੰਦੇ ਹੋਏ ਕਰਪਸ਼ਨ ਕੀਤੀ ਆ, ਉਹਨਾਂ ਨੂੰ ਐਕਸਪੋਜ਼ ਕਰਦੇ। ਪਰ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਉਹਨਾਂ ਦੇ ਤਾਰ ਕਿਤੇ ਉਹਨਾਂ ਦੇ ਨਾਲ ਨਾ ਜੁੜੇ ਹੋਣ। ਦੂਸਰੀ ਗੱਲ ਡੱਲਾ ਜੀ, ਇੱਕ ਜਿਹੜੀ ਗੱਲ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਕਹੀ ਆ, ਉਹ ਵੀ ਬੜੀ ਹੈਰਾਨ ਕਰਨ ਵਾਲੀ ਆ। ਜਦੋਂ ਉਹਨਾਂ ਤੋਂ ਰਿਐਕਸ਼ਨ ਪੁੱਛਿਆ ਗਿਆ ਕਿ ਤੁਸੀਂ ਕੀ ਸੋਚਦੇ ਹੋ, ਉਹਨਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਵੀ ਪੁੱਛਿਆ, ਉਹਨਾਂ ਨੇ ਸੁਨੀਲ ਜਾਖੜ ਹੋਣਾ ਬਾਰੇ ਵੀ ਪੁੱਛਿਆ। ਜਦੋਂ ਇਹਨਾਂ ਦੋਨਾਂ ਨੇਤਾਵਾਂ ਤੇ ਪੁੱਛਿਆ ਤੇ ਡੱਲਾ ਜੀ ਤੁਸੀਂ ਯਾਦ ਕਰੋ, ਉਹ ਕਹਿੰਦੇ ਨਹੀਂ ਜੀ ਮੈਂ ਇਹਨਾਂ ਤੇ ਟਿੱਪਣੀ ਨਹੀਂ ਕਰੂੰਗਾ, ਪਰ ਇੱਕ ਸਬਕ ਸਿੱਖ ਲਓ। ਕਹਿੰਦੇ ਸਬਕ ਸਿੱਖ ਲਓ ਕੈਪਟਨ ਅਮਰਿੰਦਰ ਸਿੰਘ ਤੋਂ, ਜਿਹੜਾ ਇੰਨੇ ਵੱਡੇ ਕੱਦ ਦਾ ਲੀਡਰ ਸੀ, ਤੇ ਜੇ ਉਹ ਕਾਂਗਰਸ ਤੋਂ ਬਾਹਰ ਜਾ ਕੇ ਕੁਝ ਨਹੀਂ ਰਿਹਾ ਤੇ ਬਾਕੀ ਲੋਕ ਤਾਂ ਇੰਨੇ ਵੱਡੇ ਕੱਦ ਦੇ ਹੈ ਹੀ ਨਹੀਂ। ਯਾਨੀ ਕਿ ਉਹਨਾਂ ਦਾ ਭਾਵ ਸੁਨੀਲ ਜਾਖੜ ਹੋਣਾ ਤੋਂ ਸੀ, ਤੇ ਉਹਨਾਂ ਦਾ ਭਾਵ ਨਵਜੋਤ ਸਿੰਘ ਸਿੱਧੂ ਹੋਣਾ ਤੋਂ ਸੀ। ਯਾਨੀ ਕਿ ਇਹਨਾਂ ਨੂੰ ਉਹ ਕਹਿਣ ਦੀ ਕੋਸ਼ਿਸ਼ ਇਹ ਕਰ ਰਹੇ ਸੀ ਕਿ ਡਿਸਪਲਿਨ ਦੇ ਵਿੱਚ ਰਹੋ, ਜੇ ਕੱਲ ਨੂੰ ਤੁਹਾਡਾ ਕੋਈ ਆਪਣਾ ਵੱਖਰੀ ਪਾਰਟੀ ਬਣਾਉਣ ਦਾ ਕੋਈ ਇਰਾਦਾ, ਤੇ ਉਹਦੇ ਵਿੱਚ ਕੁਝ ਨਹੀਂ ਰੱਖਿਆ, ਕਿਉਂਕਿ ਕਾਂਗਰਸ ਤੋਂ ਬਗੈਰ ਤੁਹਾਡੀ ਕੋਈ ਪੁੱਛ ਨਹੀਂ ਆ। ਲੇਕਿਨ ਅੱਜ ਤੁਸੀਂ ਇੱਕ ਸਵਾਲ ਪੁੱਛਿਆ ਤੇ ਆਪਾਂ ਉਹਦੀ ਗੱਲ ਜ਼ਰੂਰ ਕਰੀਏ। ਸਮੇਂ ਤੋਂ ਸਮੇਂ ਮੇਰੇ ਕੋਲ ਬਹੁਤ ਸਾਰੀਆਂ ਐਗਜ਼ਾਮਪਲਾਂ ਨੇ, ਪੋਜ਼ਿਟਿਵ ਐਗਜ਼ਾਮਪਲਾਂ ਵੀ ਆ ਤੇ ਨੈਗੇਟਿਵ ਐਗਜ਼ਾਮਪਲਾਂ ਵੀ ਆ, ਆਪਾਂ ਜ਼ਰੂਰ ਦਵਾਂਗੇ ਜਿਹੜੇ ਲੀਡਰ ਕਾਂਗਰਸ ਨਾਲ ਟੁੱਟੇ ਆ ਤੇ ਜਿਨ੍ਹਾਂ ਨੇ ਆਪਣੀ ਹੋਂਦ ਬਣਾਈ ਆ। ਮਮਤਾ ਬੈਨਰਜੀ,
ਮਮਤਾ ਬੈਨਰਜੀ ਕਾਂਗਰਸ ਦੇ ਵਿੱਚ ਰਹੇ ਨੇ, ਇੱਕ ਬੜੇ ਯੰਗ ਲੀਡਰ ਦੇ ਤੌਰ ਤੇ ਉੱਭਰ ਕੇ ਆਏ ਸੀ, ਜੀ ਲੇਕਿਨ 1 ਜਨਵਰੀ 1999 ਦੇ ਵਿੱਚ ਇਹਨਾਂ ਨੇ ਆਪਣੀ ਤ੍ਰਿਣਮੂਲ ਕਾਂਗਰਸ ਖੜੀ ਕਰ ਲਈ ਸੀ ਡੱਲਾ ਜੀ, ਔਰ 13 ਸਾਲਾਂ ਦੇ ਅੰਦਰ ਇਹਨਾਂ ਨੇ ਲੈਫਟ ਪਾਰਟੀਜ਼ ਦਾ ਜਿਹੜਾ ਗੜ ਸੀ ਵੈਸਟ ਬੰਗਾਲ ਉਹ ਢਾਤਾ ਸੀ। ਜੀ ਸਨ 2016 ਦੇ ਵਿੱਚ ਦੁਬਾਰਾ ਸਰਕਾਰ ਬਣਾਉਂਦੇ ਆ ਤੇ ਤੀਸਰੀ ਵਾਰੀ ਸਰਕਾਰ ਸਨ 2021 ਦੇ ਵਿੱਚ, ਪਿਛਲੀ ਵਾਰੀ ਤੁਹਾਨੂੰ ਪਤਾ ਸਭ ਤੋਂ ਵੱਧ ਬਹੁਮਤ ਲੈ ਕੇ ਆਉਂਦੇ ਆ ਉਸ ਵੇਲੇ ਜਦੋਂ ਪੂਰੀ ਭਾਰਤੀ ਜਨਤਾ ਪਾਰਟੀ ਦਾ ਵੈਸਟ ਬੰਗਾਲ ਦੇ ਵਿੱਚ ਜ਼ੋਰ ਲੱਗ ਜਾਂਦਾ ਕਿ ਇਸ ਮਮਤਾ ਬੈਨਰਜੀ ਨੂੰ ਹਰਾਉਣਾ ਨਹੀਂ, ਔਰ ਐਂਟੀ ਇਨਕੰਬੈਂਸੀ ਉਹਨਾਂ ਦੇ ਖਿਲਾਫ ਹੁੰਦੀ ਆ, ਔਰ ਇਸ ਦੌੜ ਤੋਂ ਖੁਦ ਆਪਣੀ ਸੀਟ ਹਾਰ ਜਾਂਦੇ ਆ। ਆਪਾਂ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ। ਲੇਕਿਨ ਖੈਰ ਉਸ ਤੋਂ ਬਾਅਦ ਬਾਈ ਇਲੈਕਸ਼ਨ ਆਉਂਦੀ ਆ, ਉਹ ਜਿੱਤ ਜਾਂਦੇ ਆ। ਸੋ ਇਹ ਨਹੀਂ ਹੈ ਪ੍ਰਤਾਪ ਬਾਜਵਾ ਜੀ ਕਿ ਜਿਹੜਾ ਬੰਦਾ ਬਾਹਰ ਗਿਆ ਉਹ ਹਾਰਿਆ। ਅਗਲੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਨੈਸ਼ਨਲ ਕਾਂਗਰਸ ਪਾਰਟੀ ਦੀ। 1999 ਲਗਭਗ 98 ਦੇ ਵਿੱਚ ਕਾਂਗਰਸ ਤੋਂ ਮਮਤਾ ਬੈਨਰਜੀ ਬਾਹਰ ਜਾਂਦੇ ਆ ਤੇ 1999 ਦੇ ਵਿੱਚ 4 ਵਿਅਕਤੀ, ਸ਼ਰਦ ਪਵਾਰ, ਪੀਏ ਸੰਗਮਾ, ਤੁਹਾਨੂੰ ਯਾਦ ਹੋਣਾ, ਤਾਰਿਕ ਅਨਵਰ ਤੇ ਨਾਲ ਪ੍ਰਫੁੱਲ ਪਟੇਲ, ਇਹ ਚਾਰੇ ਪਾਰਟੀ ਛੱਡਦੇ ਆ ਤੇ ਇਹਨਾਂ ਦੇ ਸੋਨੀਆ ਗਾਂਧੀ ਦੇ ਨਾਲ ਮਤਭੇਦ ਹੁੰਦੇ ਆ, ਕਿਉਂਕਿ ਸੋਨੀਆ ਗਾਂਧੀ ਲਗਾਤਾਰ ਉਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਮੁੱਦਾ ਛਾਇਆ ਸੀ ਕਿ ਸੋਨੀਆ ਗਾਂਧੀ ਵਿਦੇਸ਼ੀ ਆ। ਬਾਅਦ ਦੇ ਵਿੱਚ ਤਾਂ ਉਹ ਮੁੱਦਾ ਖਤਮ ਹੀ ਹੋ ਗਿਆ। ਉਸ ਵਕਤ ਸ਼ਰਦ ਪਵਾਰ ਆਪਣੀ ਇੱਕ ਨਵੀਂ ਪਾਰਟੀ ਖੜੀ ਕਰਦੇ ਆ, ਔਰ ਤੁਸੀਂ ਦੇਖੋ ਇਹ ਸਾਰੇ ਵਿਅਕਤੀ, ਸਿਰਫ ਤਾਰਿਕ ਅਨਵਰ ਆ ਉਹ ਵਾਪਸ ਕਾਂਗਰਸ ਚਾਹੁੰਦੇ ਆ, ਬਾਕੀ ਸਾਰੇ ਦੇ ਸਾਰੇ ਉਹ ਪਾਰਟੀ ਤੋਂ ਬਾਹਰ ਆ। ਤੇ ਸ਼ਰਦ ਪਵਾਰ ਤੇ ਪ੍ਰਫੁੱਲ ਪਟੇਲ ਉਹ ਹਜੇ ਵੀ ਮਹਾਰਾਸ਼ਟਰ ਦੀ ਕਾਂਗਰਸ ਦੇ ਵਿੱਚ ਤੇ ਪਿਛਲੇ 15 ਸਾਲਾਂ ਤੋਂ ਜੀ 15 ਸਾਲਾਂ ਤੋਂ ਉਹੀ ਤਾਰਿਕ ਅਨਵਰ ਹੁਣ ਫੈਸਲਾ ਕਰਨਗੇ ਵੀ ਕੀ ਸੁਨੀਲ ਜਾਖੜ ਨੇ ਅਨੁਸ਼ਾਸਨ ਭੰਗ ਕੀਤਾ ਜਿਹੜੇ ਖੁਦ ਪਾਰਟੀ ਛੱਡ ਗਏ ਸੀ। ਪਾਰਟੀ ਛੱਡਦੀ। ਹੁਣ ਦੇਖੋ 15 ਸਾਲਾਂ ਦੇ ਵਿੱਚ ਸ਼ਰਦ ਪਵਾਰ ਦੀ ਹੀ ਪਾਰਟੀ ਉੱਥੇ ਰਹੀ ਹੈ। ਸਨ 2000 ਮਹਾਰਾਸ਼ਟਰ ਦੇ ਵਿੱਚ ਉਹਨਾਂ ਦੀ ਪਾਵਰ ਰਹੀ ਹੈ। ਸਨ 2014 ਦੇ ਵਿੱਚ ਜੀ ਹਾਂਜੀ ਜੀ ਸਨ 2014 ਦੇ ਵਿੱਚ ਫਿਰ ਬੀਜੇਪੀ ਉੱਥੇ ਦੁਬਾਰਾ ਸੱਤਾ ਦੇ ਵਿੱਚ ਆਉਂਦੀ ਆ, ਲੇਕਿਨ 19 ਦੇ ਵਿੱਚ ਹੁਣ ਜਿਹੜੀ ਮਹਾ ਅਗਾੜੀ ਦੀ ਸਰਕਾਰ ਆ ਜਿਹਦੇ ਵਿੱਚ ਸ਼ਿਵ ਸੈਨਾ ਹੋਈ, ਕਾਂਗਰਸ ਹੋਈ ਤੇ ਐਨਸੀਪੀ ਫੇਰ ਭਾਗੀਦਾਰ। ਸੋ ਸ਼ਰਦ ਪਵਾਰ ਵੀ ਇੱਕ ਹੋਰ ਜਿਹੜੇ ਆ ਉਹ ਬੜੇ ਸਕਸੈਸਫੁਲ ਕੈਂਡੀਡੇਟ ਰਹੇ ਆ। ਅਗਲਾ ਮੈਂ ਨਾਮ ਆਂਧਰਾ ਪ੍ਰਦੇਸ਼ ਦਾ, ਮੈਨੂੰ ਯਾਦ ਆ ਉੱਥੇ ਦੇ ਇੱਕ ਬੜੇ ਹੀ ਪਪੂਲਰ ਲੀਡਰ ਹੁੰਦੇ ਸੀ ਵਾਈਐਸ ਰਾਜਸ਼ੇਖਰ ਰੈਡੀ, ਵਾਈਐਸ ਰੈਡੀ ਵੀ ਉਹਨਾਂ ਨੂੰ ਕਹਿੰਦੇ ਸੀ। ਉਹਨਾਂ ਦਾ 2 ਸਤੰਬਰ ਸਨ 2009 ਨੂੰ 에ਅਰ ਕ੍ਰੈਸ਼ ਹੋ ਗਿਆ ਸੀ, ਹੈਲੀਕਾਪਟਰ ਕ੍ਰੈਸ਼ ਹੋ ਗਿਆ ਸੀ, ਉਹਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ, ਮਾਰੇ ਗਏ ਸੀ। ਔਰ ਡੱਲਾ ਜੀ ਤੁਸੀਂ ਦੇਖੋ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾਓ ਉਹ ਕਿੰਨੇ ਕੁ ਪਪੂਲਰ ਸੀ। ਲਗਭਗ ਕਿਹਾ ਜਾਂਦਾ, ਇਹ ਰੈਕਟ ਤੇ ਆ ਗੱਲਾਂ, ਕਿ 100 ਲੋਕਾਂ ਨੇ ਉਹਨਾਂ ਦੀ ਮੌਤ ਤੋਂ ਬਾਅਦ, ਸਾਊਥ ਇੰਡੀਆ 'ਚ ਤੁਹਾਨੂੰ ਪਤਾ ਕਿ ਬੜੀ ਜਜ਼ਬਾਤਾਂ ਨਾਲ ਲੋਕ ਰਹਿੰਦੇ ਆ, 100 ਵਿਅਕਤੀਆਂ ਨੇ ਸੁਸਾਈਡ ਕਰ ਲਈ ਸੀ। ਤੁਸੀਂ ਦੇਖੋ ਉਹਨਾਂ ਦੇ ਜਿਹੜੇ ਮੁੰਡੇ ਨੇ ਜਗਨ ਰੈਡੀ, ਇਹ ਆਪਾਂ ਨੂੰ ਪਤਾ, ਉਹਨਾਂ ਨੇ ਸਨ 2011 ਦੇ ਵਿੱਚ ਪਾਰਟੀ ਛੱਡਦੀ ਸੀ ਤੇ ਅੱਜ ਉਹ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਆ। ਹਾਂ, ਸੋ ਮੇਰਾ ਇਹ ਕਹਿਣ ਦਾ ਮਤਲਬ ਵੀ ਸਾਡੇ ਕੋਲ ਬੜੀਆਂ ਸਕਸੈਸਫੁਲ, ਪ੍ਰਤਾਪ ਬਾਜਵਾ ਜੀ ਕੀ ਸਿਰਫ ਅਨਸਕਸੈਸਫੁਲ ਜਾਂ ਜਿਹੜੇ ਲੋਕ ਕਾਮਯਾਬ ਨਹੀਂ ਹੋਏ ਉਹਨਾਂ ਦੀਆਂ ਐਗਜ਼ਾਮਪਲਾਂ ਦੇਣਗੇ। ਪ੍ਰਣਬ ਮੁਖਰਜੀ ਨੇ ਵੀ ਇੱਕ ਵਾਰੀ ਪਾਰਟੀ ਛੱਡੀ ਸੀ, ਭਜਨ ਲਾਲ ਤੇ ਉਹਨਾਂ ਦੇ ਮੁੰਡੇ ਨੇ ਕੁਲਦੀਪ ਬਿਸ਼ਨੋਈ ਨੇ ਵੀ ਪਾਰਟੀ ਛੱਡੀ ਸੀ ਜਦੋਂ ਭੁਪਿੰਦਰ ਹੁੱਡਾ ਨੂੰ ਲੈ ਆਂਦਾ ਸੀ। ਬਾਅਦ ਚ ਜਿਹੜੇ ਕੁਲਦੀਪ ਬਿਸ਼ਨੋਈ ਸੀ ਵਾਪਸ ਆ ਗਏ, ਇਸੇ ਤਰ੍ਹਾਂ ਪ੍ਰਣਬ ਮੁਖਰਜੀ ਵੀ ਵਾਪਸ ਆ ਗਏ ਸੀ। ਸੋ ਇਸ ਤਰ੍ਹਾਂ ਦੀਆਂ ਬੜੀਆਂ, ਉਹ ਠੀਕ ਆ ਉਹ ਕਾਮਯਾਬ ਨਹੀਂ ਹੋਏ, ਇਹ ਉਸ ਤਰ੍ਹਾਂ ਦੀਆਂ ਐਗਜ਼ਾਮਪਲਾਂ ਜਿਹੜੇ ਲੋਕ ਕਾਮਯਾਬ ਨਹੀਂ ਹੋਏ, ਦੋਨੇ ਤਰ੍ਹਾਂ ਦੀਆਂ ਐਗਜ਼ਾਮਪਲਾਂ। ਸੋ ਇਹ ਪ੍ਰਤਾਪ ਬਾਜਵਾ ਨੇ ਦੇਖਣਾ ਕਿ ਉਹ ਕਿਹੜੀਆਂ ਐਗਜ਼ਾਮਪਲਾਂ ਦੇਣਾ ਚਾਹੁੰਦੇ ਆ। ਜੇ ਆਦਮੀ ਆਪਣੀ ਕਾਬਲੀਅਤ ਤੇ ਭਰੋਸਾ ਕਰੇ, ਮਿਹਨਤ ਕਰੇ, ਤਾਂ ਮੈਨੂੰ ਨਹੀਂ ਲੱਗਦਾ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਉਹ ਦੇ ਰਹੇ ਆ ਨਾ ਉਦਾਹਰਨ, ਉਹ ਥੋੜਾ ਜਿਹਾ ਡੱਲਾ ਜੀ ਦੱਸਦਾ, ਉਹ ਇੱਕ ਰੋਂਗ ਐਗਜ਼ਾਮਪਲ ਇਸ ਕਰਕੇ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਸੜਕਾਂ ਤੇ ਨਹੀਂ ਆ ਸਕਦੇ, ਉਹ ਧਰਨੇ ਨਹੀਂ ਲਾ ਸਕਦੇ। ਉਹ ਤਾਂ ਜਿਹੜਾ ਉਹਨਾਂ ਦਾ ਰਾਜੇ ਰਜਵਾੜਿਆਂ ਵਾਲੇ, ਜਿਸ ਤਰ੍ਹਾਂ ਰਾਜਿਆਂ ਦਾ ਇੱਕ ਸ਼ੈਲੀ ਹੁੰਦੀ ਹੈ ਰਹਿਣ ਦੀ, ਉਸ ਤਰ੍ਹਾਂ ਦਾ ਮਾਹੌਲ ਆ। ਉਹਨਾਂ ਨੂੰ ਜੇ ਥਾਲੀ 'ਚ ਪਰੋਸ ਕੇ ਦੇ ਦਿਓ ਤਾਂ ਸਾਰਾ ਕੁਝ ਉਹਨਾਂ ਲਈ ਠੀਕ ਆ, ਪਰ ਜਦੋਂ ਮਿਹਨਤ ਕਰਨੀ ਪਊਗੀ ਉਹ ਸੜਕਾਂ ਤੇ ਆ ਕੇ ਇੱਕ ਆਮ ਵਰਕਰ ਦੀ ਤਰ੍ਹਾਂ ਨਾ ਤਾਂ ਲਾਠੀਆਂ ਖਾ ਸਕਦੇ ਆ, ਨਾ ਉਹ ਪਾਣੀ ਦੀਆਂ ਬੁਛਾਰਾਂ ਝੱਲ ਸਕਦੇ ਆ, ਤੇ ਨਾ ਹੀ ਤਪਦੀ ਧੁੱਪ ਦੇ ਵਿੱਚ ਬਾਹਰ ਨਿਕਲ ਕੇ ਸਲੋਗਨ ਸ਼ਾਊਟਿੰਗ, ਜਿਹਨੂੰ ਅਸੀਂ ਨਾਅਰੇ ਲਾਉਣੇ ਕਹਿੰਦੇ ਆ, ਉਹ ਕਰ ਸਕਦੇ। ਸੋ ਇਹ ਗੱਲ ਧਿਆਨ ਦੇਣੀ ਪਊਗੀ ਜੀ। ਤੁਹਾਡੀ ਗੱਲ ਨਾਲ ਮੈਂ ਜ਼ਿਆਦਾ ਸਹਿਮਤ ਨਹੀਂ। ਕੈਪਟਨ ਅਮਰਿੰਦਰ ਨੇ ਕਾਫੀ ਵਿਦ ਕੈਪਟਨ ਵੀ ਕੀਤਾ ਸੀ, ਕਹਿੰਦੇ ਕਾਫੀ ਪੀਵਾਂਗੇ। ਪਿੰਡਾਂ ਵਾਲਿਆਂ ਨੇ ਖੂਬ ਕਾਫੀ ਪੀਤੀ, ਪਿੰਡਾਂ ਵਾਲਿਆਂ ਨੇ ਖੂਬ ਕਾਫੀ ਪੀਤੀ ਕੈਪਟਨ ਅਮਰਿੰਦਰ। ਜੀ ਜੀ ਜੀ। ਬੜੇ ਮੈਂ ਬੜਾ ਖੁਸ਼ ਹੋਇਆ ਕੈਪਟਨ ਅਮਰਿੰਦਰ ਢਾਬਿਆਂ ਤੇ ਬਹਿ ਕੇ ਰੋਟੀ ਖਾ ਰਹੇ, ਵਾਹ ਜੀ ਵਾਹ। ਪਰ ਉਹ ਜਦੋਂ ਫਿਰ ਮੁੱਖ ਮੰਤਰੀ ਬਣ ਗਏ,
ਫਿਰ ਜੀ ਤਾਂ ਢਾਬੇ ਵਾਲਿਆਂ ਕੋਲੇ ਵੀ ਉਹ ਯਾਦ ਰਹਿ ਗਈ ਫੋਟੋ ਦੀ ਵੀ ਜੀ ਕੈਪਟਨ ਅਮਰਿੰਦਰ ਵੀ ਸਾਡੇ ਰੋਟੀ ਖਾਣ ਆਏ ਸੀ। ਜੀ ਬਿਲਕੁਲ ਤੁਹਾਡੀਆਂ ਉਦਾਹਰਨਾਂ ਨੇ ਬੜੀਆਂ ਸਾਫ਼ ਨੇ। ਸੋ ਕਦੀ ਵੀ ਦੇਖੋ, ਮੈਨੂੰ ਇਹ ਲੱਗਦਾ ਕਿ ਜਿਹੜੇ ਲੋਕ ਤਨ ਮਨ ਦੇ ਨਾਲ ਕਿਸੇ ਸੂਬੇ ਲਈ, ਕਿਸੇ ਮਿਸ਼ਨ ਲਈ, ਕਿਸੇ ਭਾਵਨਾ ਲਈ ਲੱਗ ਜਾਂਦੇ ਨੇ, ਉਹ ਜਿੱਤਦੇ ਜ਼ਰੂਰ ਹੈ। ਮਜ਼ਾਕ ਤਾਂ ਅਰਵਿੰਦ ਕੇਜਰੀਵਾਲ ਦਾ ਵੀ ਲੋਕ ਬਹੁਤ ਉਡਾਉਂਦੇ ਰਹੇ ਆ, ਉਹਦੇ ਨਾਲ ਦੇ ਜਿਹੜੇ ਅਫਸਰ ਸੀ। ਪਰ ਅੱਜ ਅਰਵਿੰਦ ਕੇਜਰੀਵਾਲ ਦਿੱਲੀ ਦੇ ਵੀ ਮੁੱਖ ਮੰਤਰੀ ਆ ਔਰ ਤੀਜੀ ਵਾਰ ਨੇ, ਔਰ ਪੰਜਾਬ 'ਚ ਵੀ ਉਹਨਾਂ ਦੀ ਪਾਰਟੀ ਦੀ ਵੀ ਸਰਕਾਰ ਹੈ। ਹੁਣ ਮੈਂ ਗੱਲ ਉਹਦੇ ਤੇ ਆ ਜਾ, ਕਹਿੰਦੇ ਜ਼ਮੀਨਾਂ ਦੀ ਇੱਕ ਕਮੇਟੀ ਬਣੀ ਸੀ, ਨਵਜੋਤ ਸਿੰਘ ਸਿੱਧੂ ਉਸ ਕਮੇਟੀ ਦੇ ਚੇਅਰਮੈਨ ਸੀ। ਉਹ ਕਮੇਟੀ ਦੀ ਰਿਪੋਰਟ ਵੀ ਸਿੱਧੂ ਨੇ ਸੌਂਪੀ ਸੀ ਤੇ ਆਮ ਆਦਮੀ ਪਾਰਟੀ ਵਾਲੇ ਉਸ ਫਾਈਲ ਦੇ ਉੱਪਰੋਂ ਵੀ ਨਜ਼ਰਸਾਨੀ ਕਰ ਰਹੇ ਨੇ ਕਿ ਜ਼ਮੀਨਾਂ ਕਿਹੜੇ ਕਿਹੜੇ ਲੀਡਰਾਂ ਕੋਲੇ ਨੇ ਪੰਜਾਬ 'ਚ। ਤੇ ਆ ਸਾਰੀਆਂ ਜਿਹੜੀਆਂ ਇਨਕੁਆਇਰੀਆਂ ਮੈਂ ਪਹਿਲਾਂ ਜ਼ਿਕਰ ਕੀਤਾ, ਕੀ ਇਹ ਹੋ ਸਕਦੀਆਂ ਨੇ? ਆਮ ਆਦਮੀ ਪਾਰਟੀ, ਭਗਵੰਤ ਮਾਨ ਐਡੀ ਇੱਛਾ ਸ਼ਕਤੀ ਰੱਖਦੇ ਨੇ ਤੁਹਾਡੀ ਨਜ਼ਰ 'ਚ? ਵੈਸੇ ਚਰਚਾਵਾਂ ਨੇ ਕਿ ਉਹਨਾਂ ਨੇ ਤਿਆਰੀ ਸ਼ੁਰੂ ਕਰ ਲਈ, ਹੋ ਸਕਦਾ ਸੁਨੇਹਾ ਹੀ ਦੇਣਾ ਹੋਵੇ। ਕਿਵੇਂ ਵੇਖਦੇ ਹੋ? ਦੇਖੋ ਡੱਲਾ ਜੀ, ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਰੂਲਿੰਗ ਆਈ ਆ, ਉਹ ਆਪਣੇ ਆਪ ਦੇ ਵਿੱਚ ਬੜੀ ਲੈਂਡਮਾਰਕ ਰੂਲਿੰਗ ਆ। ਸੁਪਰੀਮ ਕੋਰਟ ਦੀ ਉਹ ਰੂਲਿੰਗ ਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਨੇ ਉਹ ਪੰਚਾਇਤ ਕੋਲੇ ਰਹਿਣਗੀਆਂ, ਤੇ ਜੇ ਉਸ ਤੇ ਗੈਰ ਕਾਨੂੰਨੀ ਢੰਗ ਦੇ ਨਾਲ ਕਬਜ਼ੇ ਹੋਏ ਆ, ਚਾਹੇ ਕਿਤੇ ਵੀ ਹੋਏ ਹੋਣ, ਉਹਨਾਂ ਨੂੰ ਛਡਾਇਆ ਜਾ ਸਕਦਾ। ਦੇਹ ਸ਼ਾਮਲਾਟ, ਜਿਹਨੂੰ ਅਸੀਂ ਕਹਿੰਦੇ ਹਾਂ ਸ਼ਾਮਲਾਟ ਦੇਹ ਹੋਵੇ, ਮੁਸ਼ਤਰਕਾ ਮਾਲਕਾ ਹੋਵੇ, ਜਾਂ ਪੰਚਾਇਤੀ ਜ਼ਮੀਨ ਕਿਸੇ ਨੂੰ ਦਿੱਤੀ ਹੋਵੇ, ਇਹ ਸਾਰਾ ਉਹਨਾਂ ਨੇ ਸਪਸ਼ਟ ਆ। ਔਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ, ਉਹਨਾਂ ਨੇ ਕਿਹਾ ਕਿ ਹਾਈ ਕੋਰਟ ਦੇ ਵਿੱਚ ਜਿਹੜੇ ਲੋਕਾਂ ਨੇ ਪਟੀਸ਼ਨਸ ਦਾਇਰ ਕੀਤੀਆਂ, ਅਰਜ਼ੀਆਂ ਲਾਈਆਂ ਕਿ ਸਾਨੂੰ ਮਾਲਕੀ ਦੇ ਹੱਕ ਦਿਓ, ਉਹ ਵੀ ਖਾਰਜ ਹੁੰਦੀਆਂ। ਸੋ ਇਸ ਟਾਈਮ ਪੰਜਾਬ ਦੀ ਸਰਕਾਰ ਕੋਲੇ ਐਡਾ ਵੱਡਾ ਹਥਿਆਰ ਆ ਸੁਪਰੀਮ ਕੋਰਟ ਦੀ ਰੂਲਿੰਗ ਦੇ ਨਾਲ, ਉਹ ਜਿਹੜੀ ਚਾਹਣ ਪੰਚਾਇਤ ਦੀ ਜਿਹੜੀ ਗੈਰ ਕਾਨੂੰਨੀ ਢੰਗ ਦੇ ਨਾਲ ਜ਼ਮੀਨ ਆ। ਔਰ ਦੂਸਰੀ ਗੱਲ, ਉਹਨਾਂ ਨੇ ਇਹ ਵੀ ਗੱਲ ਕਹੀ ਹੈ ਸੁਪਰੀਮ ਕੋਰਟ ਨੇ ਕਿ ਇਹ ਪੰਚਾਇਤਾਂ ਦੀਆਂ ਜ਼ਮੀਨਾਂ ਵੇਚੀਆਂ ਵੀ ਨਹੀਂ ਜਾ ਸਕਦੀਆਂ, ਇਹ ਵੀ ਉਹਨਾਂ ਨੇ ਸਪਸ਼ਟ ਕਰਤਾ। ਸੋ ਹੁਣ ਤਾਂ ਦੇਖੋ, ਕੁਲਦੀਪ ਸਿੰਘ ਧਾਲੀਵਾਲ ਹੋਣਾ ਨੇ 25 ਅਪ੍ਰੈਲ ਨੂੰ ਇੱਕ ਬੈਠਕ ਬੁਲਾਈ ਆ, ਬੜੀ ਹੀ ਇੰਪੋਰਟੈਂਟ ਬੈਠਕ ਆ। ਉਹਦੇ ਵਿੱਚ ਉਹਨਾਂ ਨੇ ਇਹੀ ਤੈਅ ਕਰਨਾ, ਔਰ ਤੁਹਾਨੂੰ ਯਾਦ ਹੋਣਾ ਡੱਲਾ ਜੀ ਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ 50,000 ਏਕੜ ਦੇ ਕਰੀਬ ਪੰਚਾਇਤ ਦੀਆਂ ਜ਼ਮੀਨਾਂ ਪੂਰੇ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਅਸਰਦਾਰ ਤੇ ਜਿਹੜੇ ਰਸੂਖ ਵਾਲੇ ਵਿਅਕਤੀ ਨੇ, ਇਨਫਲੂਐਂਸ਼ੀਅਲ ਲੋਕ ਨੇ, ਉਹਨਾਂ ਨੇ ਰੋਕੀਆਂ ਹੋਈਆਂ। ਤੇ ਹੁਣ ਸਮਾਂ ਆ ਗਿਆ, ਉਹਨਾਂ ਨੂੰ ਛਡਾਓ। ਇਹ ਜ਼ਮੀਨਾਂ ਛਡਾਉਣਗੇ ਤੇ ਤੁਸੀਂ ਦੇਖੋ ਸਰਕਾਰ ਦਾ ਜਿਹੜਾ ਮਾਲੀਆ, ਕੱਲ ਨੂੰ ਜੇ ਸਰਕਾਰ ਆ ਜਿਹੜੀਆਂ ਪੰਚਾਇਤਾਂ ਮੰਨ ਲਓ ਉਹਨਾਂ ਨੂੰ ਉਹ ਜ਼ਮੀਨਾਂ ਠੇਕੇ ਤੇ ਦਿੰਦੇ ਆ, ਤੇ ਦੇਖੋ ਸਰਕਾਰ ਦਾ ਮਾਲੀਆ ਕਿੰਨਾ ਵੱਧ ਸਕਦਾ ਹੈ। ਸੋ ਇਹ ਕਾਰਨ ਆ। ਕਈ ਲੋਕ ਤਾਂ ਇਸ ਤੋਂ ਵੀ ਵੱਡਾ ਅੰਕੜਾ ਦਿੰਦੇ। ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਦਾ, ਤੁਹਾਨੂੰ ਯਾਦ ਹੋਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਕੁਲਦੀਪ ਸਿੰਘ, ਜਿਹੜੇ ਸਾਬਕਾ ਸੁਪਰੀਮ ਕੋਰਟ ਦੇ ਜੱਜ ਆ, ਉਹਨਾਂ ਦੀ ਵੀ ਇੱਕ ਕਮੇਟੀ ਬਣਾਈ ਸੀ, ਇੱਕ ਕਮਿਸ਼ਨ ਬਣਾਇਆ ਸੀ। ਉਹਨਾਂ ਨੇ 2 ਰਿਪੋਰਟਾਂ ਆਪਣੀਆਂ ਸਨ 2013 ਦੇ ਵਿੱਚ ਜਿਹੜੀਆਂ ਸੀਗੀਆਂ 2 ਰਿਪੋਰਟਾਂ ਬਣਾਈਆਂ ਸਨ 2013 ਦੇ ਵਿੱਚ, ਉਹਨਾਂ ਨੇ ਸੌਂਪ ਦਿੱਤੀਆਂ ਸੀ। ਔਰ ਤੁਸੀਂ ਜਾਣ ਕੇ ਹੈਰਾਨੀ ਹੋਊਗੀ ਕਿ ਸਨ 2019 ਦੇ ਵਿੱਚ ਕੈਪਟਨ ਅਮਰਿੰਦਰ ਸਰਕਾਰ ਨੇ ਇੱਕ ਕੈਬਨਿਟ ਸਬ ਕਮੇਟੀ ਬਣਾਈ ਸੀ, ਉਸ ਨੇ ਵੀ ਇੱਕ ਆਪਣੀ ਰਿਪੋਰਟ ਦਿੱਤੀ ਸੀ, ਪਰ ਉਸ ਤੇ ਕਦੇ ਕੁਝ ਹੋਇਆ ਨਹੀਂ। ਤੁਹਾਡੀ ਗੱਲ ਬਿਲਕੁਲ ਠੀਕ ਆ, ਜੇ ਹੁਣ ਸਮਾਂ ਆਇਆ, ਜਿਸ ਤਰ੍ਹਾਂ ਉਹ ਸੂਚੀਆਂ ਬਣਾ ਰਹੇ ਨੇ, ਖੈਰ ਉਸ ਦੀ ਗੱਲ ਆਪਾਂ ਵੱਖਰੀ ਕਰ ਲਾਂਗੇ। ਜੇ ਜ਼ਮੀਨਾਂ ਹੁਣ ਇਸ ਟਾਈਮ ਛਡਾਉਣ ਦਾ ਮੌਕਾ ਆਇਆ ਔਰ ਸੁਪਰੀਮ ਕੋਰਟ ਸਾਥ ਦੇ ਰਹੀ ਆ, ਤੁਹਾਡੇ ਕੋਲ ਕਿੰਨੀਆਂ ਰਿਪੋਰਟਸ ਪਈਆਂ ਨੇ, ਔਰ ਜਿਸ ਰਿਪੋਰਟ ਦੀ ਤੁਸੀਂ ਗੱਲ ਕਰਦੇ ਹੋ ਨਵਜੋਤ ਸਿੰਘ ਸਿੱਧੂ ਵਾਲੀ, ਇੱਕ ਉਹ ਵੀ ਰਿਪੋਰਟ ਆ, ਤੇ ਫਿਰ ਇਹਨਾਂ ਸਾਰੀਆਂ ਰਿਪੋਰਟਾਂ ਨੂੰ ਖੰਗਾਲੋ, ਇਹਨਾਂ ਤੇ ਮਿਹਨਤ ਕਰੋ, ਰੈਵਨਿਊ ਆਫੀਸਰਸ ਨੂੰ ਬੁਲਾਓ, ਪੰਚਾਇਤ ਦੇ ਮਹਿਕਮੇ ਦੇ ਅਫਸਰਾਂ ਨੂੰ ਬੁਲਾਓ ਤੇ ਜ਼ਮੀਨਾਂ ਖਾਲੀ ਕਰਾਓ ਜੀ। ਬਿਲਕੁਲ, ਔਰ ਬਹੁਤ ਚੰਗਾ ਵਿੱਤੀ ਪ੍ਰਬੰਧ ਮਿਲ ਸਕਦਾ ਭਗਵੰਤ ਮਾਨ ਨੂੰ, ਵਿੱਤੀ ਤਾਕਤ ਮਿਲ ਸਕਦੀ ਹੈ। ਔਰ ਕਰਪਸ਼ਨ ਦੇ ਖਿਲਾਫ ਜਿਹੜੀ ਲੜਾਈ ਹੈ ਉਹਦੇ 'ਚ ਲੋਕ ਬਹੁਤ ਖੁਸ਼ ਵੀ ਹੋਣਗੇ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੀ ਇਸ ਕਾਰਵਾਈ ਤੋਂ। ਕਿੰਨੀ ਕੁ ਮਜ਼ਬੂਤ ਇੱਛਾ ਸ਼ਕਤੀ ਆਮ ਆਦਮੀ ਪਾਰਟੀ ਦੀ, ਭਗਵੰਤ ਮਾਨ ਦੀ, ਤੁਸੀਂ ਮੰਨ ਸਕਦੇ ਹੋ? ਜਦੋਂ ਹੁਣ ਗੱਲ ਆ ਜਾਊਗੀ ਪੰਜਾਬ ਦੀਆਂ ਅਨਾਜ ਮੰਡੀਆਂ ਦੇ ਟੈਂਡਰਾਂ 'ਚ ਬੜੇ ਇਲਜ਼ਾਮ ਲੱਗੇ, ਬੀਜੇਪੀ ਨੇ ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਅਨਾਜ ਮੰਡੀਆਂ 'ਚ ਵੀ ਬੜੇ ਘੁਟਾਲੇ ਹੋਏ ਨੇ, ਤੇ ਕਣਕ ਦੀ ਆਮਦ ਤੇ ਵੇਚ 'ਚ ਬੜੇ ਘੁਟਾਲੇ ਹੋਏ ਨੇ, ਤੇ ਕਹਿੰਦੇ ਸਕਾਲਰਸ਼ਿਪ ਦਾ ਤਾਂ ਅੰਦੋਲਨ ਬੜੇ ਚੱਲੇ ਨੇ, ਬਿਜਲੀ ਸਮਝੌਤੇ ਹਜੇ ਮੈਂ ਪਾਸੇ ਰੱਖ ਦਿੰਦਾ। ਇਹ ਸਾਰੇ ਮਸਲੇ ਨੇ, ਸ਼ਰਾਬ ਦੀਆਂ ਪਾਲਿਸੀਆਂ ਤੇ ਮਾਈਨਿੰਗ ਦੀਆਂ ਪਾਲਿਸੀਆਂ, ਇਹਨਾਂ ਸਾਰਿਆਂ 'ਚ ਕਹਿੰਦੇ ਨਜ਼ਰਸਾਨੀ ਕੀਤੀ ਜਾ ਰਹੀ ਹੈ ਵੀ ਕਿਹੜੇ ਕਿਹੜੇ ਮੰਤਰਾਲੇ ਦੀ ਜਾਂਚ ਕਰ ਲਈਏ ਪਿਛਲੀ ਸਰਕਾਰ ਦੇ। ਕਿਵੇਂ ਵੇਖੋਗੇ? ਕੀ ਸਿਰਫ ਕਾਂਗਰਸ ਤੱਕ ਸੀਮਤ ਰਹਿਣਗੇ ਭਗਵੰਤ ਮਾਨ, ਆਮ ਆਦਮੀ ਪਾਰਟੀ, ਜਾਂ ਅਕਾਲੀਆਂ ਵੇਲੇ ਦੀ ਫਰੋਲਾ ਫਰਾਲੀ ਵੀ ਸ਼ੁਰੂ ਹੋਏਗੀ? ਦੇਖੋ ਗੱਲ ਤੁਸੀਂ ਇੱਕ ਡੱਲਾ ਜੀ ਬੜੀ ਸ਼ੁਰੂਆਤ ਦੇ ਵਿੱਚ ਇਹ ਗੱਲ ਕਹੀ ਸੀ
ਕਿ ਕੀ ਭਗਵੰਤ ਮਾਨ ਸਰਕਾਰ ਦੀ ਇੱਛਾ ਸ਼ਕਤੀ ਹੋਊਗੀ, ਜਿਹਨੂੰ ਅਸੀਂ ਪੋਲੀਟੀਕਲ ਵਿਲ ਕਹਿ ਦਿੰਦੇ ਆ? ਇਹ ਸਭ ਤੋਂ ਵੱਡਾ ਸਵਾਲ ਤਾਂ ਇਹ ਆ। ਬਹੁਤ ਸਾਰੀਆਂ ਜਿਹੜੀਆਂ ਜਾਂਚਾਂ ਨੇ, ਬਹੁਤ ਸਾਰੀਆਂ ਜਿਹੜੀਆਂ ਤਹਿਕੀਕਾਤਾਂ ਨੇ ਜਾਂ ਇਨਵੈਸਟੀਗੇਸ਼ਨ ਨੇ, ਉਹ ਸ਼ੁਰੂਆਤ ਤਾਂ ਹੁੰਦੀ ਆ, ਲੇਕਿਨ ਆਮ ਤੌਰ ਤੇ ਉਹ ਇੱਕ ਪੋਲੀਟੀਕਲ ਟੂਲ ਦੀ ਤਰ੍ਹਾਂ ਇਸਤੇਮਾਲ ਕੀਤੀਆਂ ਜਾਂਦੀਆਂ ਨੇ। ਲੋਕਾਂ ਦਾ ਧਿਆਨ ਭਟਕਾਇਆ ਜਾਂਦਾ ਥੋੜੀ ਦੇਰ ਲਈ, ਲੋਕਾਂ ਨੂੰ ਇੱਕ ਤਰ੍ਹਾਂ ਦੱਸਿਆ ਜਾਂਦਾ ਕਿ ਦੇਖੋ ਅਸੀਂ ਬਹੁਤ ਕੁਝ ਕਰ ਰਹੇ ਹਾਂ, ਪਰ ਉਹਦਾ ਨਤੀਜਾ ਕੁਝ ਨਹੀਂ ਨਿਕਲਦਾ। ਹੁਣ ਮੈਂ ਤੁਹਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਸਨ 2002 ਤੋਂ ਲੈ ਕੇ 7 ਤੱਕ ਸੀਗੀ, ਸਨ 2007 ਤੱਕ, ਤੁਸੀਂ ਯਾਦ ਕਰੋ ਉਦੋਂ ਕਿਵੇਂ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ, ਸੁਖਬੀਰ ਸਿੰਘ ਬਾਦਲ ਹੋਣਾ ਦੀ ਫੜੋ ਫੜਾਈ ਹੁੰਦੀ ਆ, ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀ ਬੰਦ ਕਰ ਦਿੱਤਾ ਜਾਂਦਾ, ਵਿਜੀਲੈਂਸ ਦੀਆਂ ਟੀਮਾਂ ਲਾਈਆਂ ਜਾਂਦੀਆਂ, ਬਿਆਨਬਾਜ਼ੀਆਂ ਇਹ ਕੀਤੀਆਂ ਜਾਂਦੀਆਂ ਕਿ ਇਹਨਾਂ ਦੀਆਂ 3500 ਕਰੋੜ ਦੀਆਂ ਜਾਇਦਾਦਾਂ ਨੇ, 3500 ਕਰੋੜ ਦੀਆਂ। ਪਰ ਜਦੋਂ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਜਾਂਦਾ ਉਹਨਾਂ ਜਾਇਦਾਦਾਂ ਦਾ, ਉਹ ਲਗਭਗ 79 ਕਰੋੜ 79 ਕਰੋੜ ਜਾਂ 80 ਕਰੋੜ ਦੀਆਂ ਜਾਇਦਾਦਾਂ ਕਿਹਾ ਜਾਂਦਾ। ਇੰਨਾ ਫਰਕ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਰੈਟੋਰਿਕਸ ਯੂਜ਼ ਕਰਦੇ ਹੋ ਸਿਰਫ ਲੋਕਾਂ ਨੂੰ ਦੱਸਣ ਲਈ, ਤੇ ਫਿਰ ਅੱਛਾ ਇਸੇ ਤਰ੍ਹਾਂ ਜਦੋਂ ਸ਼੍ਰੋਮਣੀ ਅਕਾਲੀ ਦਲ ਜਾਂ ਭਾਜਪਾ ਦੀ ਸਰਕਾਰ ਆਉਂਦੀ ਆ, ਤੇ ਕੈਪਟਨ ਅਮਰਿੰਦਰ ਸਿੰਘ ਦਾ ਚਾਹੇ ਸਿਟੀ ਸੈਂਟਰ ਸਕੈਮ ਹੋਵੇ, ਚਾਹੇ ਅੰਮ੍ਰਿਤਸਰ ਇੰਪਰੂਵਮੈਂਟ ਸਕੈਮ ਹੋਵੇ, ਉਸ ਤੁਸੀਂ ਮੈਨੂੰ ਦੇਖੋ ਉਸ ਨੂੰ ਵੀ ਲੌਜੀਕ, ਹਾਂਜੀ, ਕਲੀਨ ਚਿੱਟ, ਕਿਸੇ ਵੀ ਲੌਜੀਕਲ ਐਂਡ ਤੇ ਪਹੁੰਚਾਇਆ ਨਹੀਂ ਜਾਂਦਾ। ਹਾਲਾਂਕਿ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ, ਮੈਨੂੰ ਯਾਦ ਆ ਕੈਪਟਨ ਅਮਰਿੰਦਰ ਸਿੰਘ ਨੂੰ ਵਿਧਾਨ ਸਭਾ ਚੋਂ ਅਨਸੀਟ ਕੀਤਾ ਗਿਆ ਸੀ, ਉਹਨਾਂ ਦੀ ਸੀਟ ਤੇ ਉਹਨਾਂ ਨੂੰ ਖਾਰਿਜ ਕੀਤਾ ਗਿਆ ਸੀ। ਬਾਅਦ ਚੋਂ ਟਾਂਡਾ ਕਮੇਟੀ ਦੀ ਰਿਪੋਰਟ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੀ ਮੈਂਬਰੀ ਖਾਰਿਜ ਕਰਤੀ ਸੀ, ਫਿਰ ਸੁਪਰੀਮ ਕੋਰਟ ਤੋਂ ਬਹਾਲ ਹੋਏ। ਪਰ ਰੰਧਾਵਾ ਜੀ, ਇੱਥੇ ਸਾਹਮਣੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੈ। ਨੀਤੀਗਤ ਵਿਰੋਧ ਮੇਰਾ ਵੀ ਹੈ ਕਈ ਮਸਲਿਆਂ ਤੇ ਜੀ ਅਰਵਿੰਦ ਕੇਜਰੀਵਾਲ ਨਾਲ, ਪਰ ਮੈਂ ਅੱਗੇ ਵੀ ਬਹੁਤ ਵਾਰ ਕਹਿਣਾ, ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਇਹਨਾਂ ਦੀ ਇਮਾਨਦਾਰੀ ਤੇ ਸਵਾਲ ਨਹੀਂ ਖੜੇ ਕਰ ਸਕਦੇ ਸਿੱਧੇ ਤੌਰ ਤੇ। ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਕੀ ਇਮਾਨਦਾਰੀ ਨਾਲ ਪਿਛਲੀ ਸਰਕਾਰ ਦੇ ਮੰਤਰੀਆਂ ਖਿਲਾਫ ਜਾਂਚ ਦੇ ਹੁਕਮ ਦੇ ਸਕਦੇ ਨੇ? ਅਗਰ ਦੇ ਦਿੰਦੇ ਨੇ ਤਾਂ ਕੀ ਹੋਊਗਾ? ਕਿਉਂਕਿ ਤਿਆਰੀ ਇਸ ਤਰ੍ਹਾਂ ਦੀ ਹੋ ਰਹੀ ਹੈ, ਜਿਹੜੀ ਤਿਆਰੀ ਹੋ ਰਹੀ ਹੈ, ਜਾਂ ਤਾਂ ਉਹ ਜਾਣਕਾਰੀ ਇਕੱਠੀ ਕਰ ਰਹੇ ਨੇ, ਸਰਕਾਰੀ ਅਫਸਰਾਂ ਦੀਆਂ ਗੁਪਤ ਡਿਊਟੀਆਂ ਵੀ ਲੱਗੀਆਂ ਨੇ, ਕਹਿੰਦੇ ਬਹੁਤ ਕੌਨਫੀਡੈਂਸ਼ੀਅਲ ਤਰੀਕੇ ਨਾਲ ਇਹਦੇ ਤੇ ਜਾਂਚ ਹੋ ਰਹੀ। ਨਹੀਂ ਡੱਲਾ ਜੀ, ਦੇਖੋ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਉਹਨਾਂ ਕੋਲੇ ਸਾਰੇ ਅਧਿਕਾਰ ਨੇ, ਉਹਨਾਂ ਦੀ ਸਰਕਾਰ ਆ, ਮੁੱਖ ਮੰਤਰੀ ਆ ਭਗਵੰਤ ਮਾਨ, ਔਰ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ, ਉਹ ਮੁੱਖ ਮੰਤਰੀ ਵੀ ਹੈ, ਗਾਈਡ ਵੀ ਕਰ ਸਕਦੇ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਗੱਲ ਮੈਂ ਫਿਰ ਉਹੀ ਕਹਿਣਾ ਕਿ ਜੇ ਇੱਛਾ ਸ਼ਕਤੀ ਰਹੇਗੀ, ਪੋਲੀਟੀਕਲ ਵਿਲ ਰਹੇਗੀ, ਔਰ ਵਾਕਿਆ ਜਿਹੜੇ ਸਬੂਤ ਆ ਉਹ ਇਕੱਠੇ ਕੀਤੇ ਜਾਣਗੇ, ਤੇ ਜਿਹੜੀ ਬਿਊਰੋਕ੍ਰੇਸੀ ਆ, ਜਿਹੜੀਆਂ ਜਾਂਚ ਟੀਮਾਂ ਉਹ ਬਿਠਾਉਣਗੇ, ਵਾਕਿਆ ਉਹਨਾਂ ਦੇ ਹਿਸਾਬ ਨਾਲ ਕੰਮ ਕਰਨਗੀਆਂ ਜਾਂ ਉਹ ਤੱਥਾਂ ਨੂੰ ਖੰਗਾਲਣਗੀਆਂ, ਫੇਰ ਤਾਂ ਲੱਗਦਾ ਕਿ ਕੁਛ ਨਾ ਕੁਛ ਹੋ ਜਾਊਗਾ। ਨਹੀਂ ਤਾਂ ਤੁਹਾਨੂੰ ਵੀ ਪਤਾ, ਚਾਹੇ ਪੁਰਾਣੇ ਸਮਿਆਂ ਦੇ ਵਿੱਚ, ਜਿੰਨੇ ਆਪਾਂ ਹਿਸਟਰੀ ਦੀਆਂ ਐਗਜ਼ਾਮਪਲਾਂ ਇਸ ਕਰਕੇ ਦਿੰਨੇ ਆ ਇਹ ਜਿਹੜੀਆਂ ਪਾਸ ਦੀਆਂ, ਤਾਂ ਕਿ ਪਤਾ ਲੱਗ ਸਕੇ ਕਿ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਆਮ ਤੌਰ ਤੇ ਉਹ ਜਿਹੜੇ ਗੱਲਾਂ ਰੌਲੇ ਗੋਲੇ 'ਚ ਹੀ ਰਹਿ ਜਾਂਦੀਆਂ, ਉਹਨਾਂ ਨੂੰ ਕਿਸੇ ਪਾਸੇ ਕਿਸੇ ਲੌਜੀਕਲ ਐਂਡ ਤੇ ਲੈ ਕੇ ਨਹੀਂ ਜਾਇਆ ਜਾਂਦਾ। ਪਰ ਜੇ ਹੁਣ ਇਹ ਕੰਮ ਕਰਨਗੇ ਤਾਂ ਫਿਰ ਮੈਨੂੰ ਲੱਗਦਾ ਇਸ ਨਾਲ ਭਗਵੰਤ ਮਾਨ ਦਾ ਕੱਦ ਬਤੌਰ ਮੁੱਖ ਮੰਤਰੀ ਜਾਂ ਅਰਵਿੰਦ ਕੇਜਰੀਵਾਲ ਦਾ ਵੀ ਕੱਦ ਬਤੌਰ ਆਮ ਆਦਮੀ ਪਾਰਟੀ ਦੇ ਕਨਵੀਨਰ ਦਾ ਵੱਡਾ ਹੋਏਗਾ, ਔਰ ਵਾਕਿਆ ਲੋਕਾਂ ਨੂੰ ਲੱਗੂਗਾ ਕਿ ਇਹ ਇੱਕ ਕਰਪਸ਼ਨ ਦੇ ਖਿਲਾਫ ਇਹ ਲੜਾਈ ਲੜ ਰਹੇ ਆ। ਤੇ ਜਾਂ ਜੇ ਸਿਰਫ ਇਹਨਾਂ ਨੇ ਇੱਕ ਹੈਲਪਲਾਈਨ ਜਾਰੀ ਕਰਕੇ ਸਿਰਫ ਇਹੀ ਕਹੀ ਜਾਣ ਕਿ ਤੁਸੀਂ ਵੀਡੀਓ ਪਾ ਦਿਓ, ਤੁਸੀਂ ਆਡੀਓ ਕਲਿੱਪ ਪਾ ਦਿਓ, ਅਸੀਂ ਫੜਾਂਗੇ, ਨਹੀਂ, ਇਸ ਤਰ੍ਹਾਂ ਕਰਪਸ਼ਨ ਨਹੀਂ ਹੋਣੀ। ਘੱਟੋ ਘੱਟ ਜਿਵੇਂ ਕਹਿੰਦੇ ਹੁੰਦੇ ਨਾ, ਤਾਂ ਇਹਨਾਂ ਨੂੰ ਮਾਰ ਕੇ ਕੋਈ ਨਾ ਕੋਈ ਇੱਕ ਅੱਧਾ ਕਾਂ ਟੰਗਣਾ ਪੈਣਾ, ਤਾਂ ਕਿ ਉਸ ਦਾ ਡਰ ਬਿਊਰੋਕ੍ਰੇਸੀ 'ਚ ਵੀ ਰਵੇ ਤੇ ਪੋਲੀਟੀਸ਼ੀਅਨਸ ਦੇ ਵਿੱਚ ਵੀ ਰਵੇ ਕਿ ਜੇ ਅਸੀਂ ਕਿਸੇ ਤਰ੍ਹਾਂ ਦੀ ਕੋਈ ਕਰਪਸ਼ਨ ਕੀਤੀ ਤਾਂ ਫੇਰ ਸਾਡੀ ਖੈਰ ਨਹੀਂ। ਜੀ ਦੱਲਾ ਜੀ, ਬਿਲਕੁਲ, ਤੁਸੀਂ ਅੱਜ ਕਾਂ ਬਦਨਾਮ ਕਰਤੇ। ਮੈਂ ਕਹਿੰਦਾ ਮੰਤਰੀ ਟੰਗਣੇ ਪੈਣੇ, ਮੰਤਰੀ ਸ਼ਬਦ ਵਰਤਿਆ ਜਾਵੇ। ਕਾਰੇ ਮੰਤਰੀਆਂ ਦੇ ਤੇ ਤੁਸੀਂ ਟੰਗਾਈ ਕਾਂ ਜਾਂਦੇ ਹੋ ਰੰਧਾਵਾ ਜੀ। ਕਾਂ ਗੁੱਸਾ ਕਰ ਜਾਣਗੇ, ਕਾਂ ਗੁੱਸਾ ਕਰ ਜਾਣਗੇ ਵੀ ਮੰਤਰੀਆਂ ਦੀ ਕਰਪਸ਼ਨ ਤੇ ਵੀ ਸਾਡੇ ਸਿਰ ਲੱਗ ਗਈ। ਹੁਣ ਚਲੋ, ਗੱਲ ਇਹ ਹੈ ਕਿ ਅੱਜ ਜਿਹੜੇ ਬਿਆਨ ਆਏ ਨੇ, ਅੱਜ ਕਹਿੰਦੇ ਡੀ ਰਾਜਾ ਵੜਿੰਗ ਜੀ ਕਹਿੰਦੇ 3D। ਕਾਂਗਰਸ ਦੇ ਮੰਚ ਤੋਂ ਰਾਜਾ ਵੜਿੰਗ ਨੇ ਜਦੋਂ ਅੱਜ ਸਹੁੰ ਚੱਕੀ, ਅੱਜ ਉਹਨਾਂ ਨੇ ਸਹੁੰ ਚੱਕੀ, ਮੈਂ ਸੁਣਿਆ ਧਿਆਨ ਨਾਲ ਜੀ, ਕਰਪਸ਼ਨ ਦੇ ਖਿਲਾਫ ਗੱਲ ਨਹੀਂ ਹੋਈ, ਪੰਜਾਬ ਦੇ ਮੁੱਦਿਆਂ ਤੇ ਕੋਈ ਸੰਘਰਸ਼ ਦਾ ਐਲਾਨ ਜਾਂ ਨਹੀਂ ਹੋਇਆ। ਹਰੀਸ਼ ਚੌਧਰੀ ਦਾ ਬਿਆਨ ਸੁਣਦਾ ਸੀ, ਉਹ ਵੀ ਡਿਸਪਲਿਨ ਦੀਆਂ ਗੱਲਾਂ, ਭਾਰਤ ਭੂਸ਼ਣ ਆਸ਼ੂ ਵੀ ਡਿਸਪਲਿਨ ਦੀਆਂ ਗੱਲਾਂ, ਤੇ ਨਵਜੋਤ ਸਿੰਘ ਸਿੱਧੂ ਦੇ ਬਿਆਨਾਂ ਦੇ ਉੱਤੇ ਵੀ ਕਈ ਲੋਕ ਕਿੰਤੂ ਪਰੰਤੂ ਜਾਂ ਕਰੀ ਜਾਂਦੇ ਨੇ। ਤੇ ਕਾਲਾ ਮਾਲਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਸਾਰੇ ਫੇਰ ਇਕੱਠੇ ਹੋਣਗੇ ਕਾਂਗਰਸੀ ਵੀ ਡਿਸਪਲਿਨ, ਤੇ ਨਵਜੋਤ ਸਿੰਘ ਸਿੱਧੂ ਆਪਣੀ ਉਸੇ ਲਾਈਨ ਤੇ ਖੜੇ ਨੇ ਕਿ ਕਰਪਸ਼ਨ ਮਾਫੀਆ।
ਇਹ ਹੁਣ ਨਤੀਜਾ ਕੀ ਨਿਕਲੂ? ਇਹ ਗੱਲ ਤੇ ਆਉਂਗਾ, ਜਿਹੜਾ ਤੁਹਾਡਾ ਮੂਲ ਸੀ, ਮੈਂ ਮਾਫੀ ਚਾਹੁੰਦਾ। ਤੁਸੀਂ ਕਿਹਾ ਕਿ ਇਹ ਕਰਪਸ਼ਨ ਦੀ ਗੱਲ ਨਹੀਂ ਕਰਦੇ, ਇਹ ਮਾਫੀਆ ਦੀ ਗੱਲ ਨਹੀਂ ਕਰਦੇ। ਇਹ ਕਿਵੇਂ ਗੱਲ ਕਰ ਸਕਦੇ? ਕਿਉਂਕਿ ਇਹ ਬਦਲਾਅ ਦੀ ਰਾਜਨੀਤੀ ਕਰ ਹੀ ਨਹੀਂ ਸਕਦੇ। ਕਾਂਗਰਸ ਦੇ ਅੰਦਰ ਜੇ ਕੋਈ ਬਦਲਾਅ ਦੀ ਰਾਜਨੀਤੀ ਕਰਦਾ ਜਾਂ ਮਾਫੀਆ ਨਾਲ ਲੜਨ ਦੀ ਗੱਲ ਕਰਦਾ ਸੀ, ਉਹ ਨਵਜੋਤ ਸਿੰਘ ਸਿੱਧੂ ਕਰਦੇ ਸੀ। ਨਵਜੋਤ ਸਿੰਘ ਸਿੱਧੂ ਨੂੰ ਆਪਾਂ ਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਹੱਥ ਬੰਨ੍ਹਤੇ ਸੀ, ਪਾਸੇ ਬਿਠਾ ਦਿੱਤਾ ਗਿਆ ਸੀ। ਜੇ ਕਾਂਗਰਸ ਬਦਲਾਅ ਦੀ ਰਾਜਨੀਤੀ ਕਰਦੀ ਹੁੰਦੀ ਜਾਂ ਮਾਫੀਆ ਰਾਜ ਦੀ ਗੱਲ ਕਰਦੀ ਹੁੰਦੀ ਤੇ ਫਿਰ ਮੈਨੂੰ ਲੱਗਦਾ ਇੰਨਾ ਬੁਰਾ ਹਾਲ ਨਹੀਂ ਹੁੰਦਾ। ਅੱਜ ਇੱਕ ਹੋਰ ਵੀ ਗੱਲ ਕਹੀ ਗਈ ਹੈ ਕਿ ਪਿਛਲੇ 5 ਸਾਲਾਂ ਦਾ ਮਾਫੀਆ ਰੂਲ, ਜਦੋਂ 5 ਸਾਲਾਂ ਦਾ ਮਾਫੀਆ ਰਾਜ ਸੀ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਵੀ ਆਉਂਦਾ ਤੇ ਚਰਨਜੀਤ ਸਿੰਘ ਚੰਨੀ ਵੀ ਆਉਂਦੇ ਆ। ਕਿ ਉਹਨਾਂ ਨੇ ਇਸ ਮਾਫੀਆ ਰਾਜ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ ਹੈ? ਸਾਨੂੰ ਹਜੇ ਤੱਕ ਤਾਂ ਨਜ਼ਰ ਨਹੀਂ ਆਉਂਦੀ। ਔਰ ਜਿਹੜੀਆਂ ਤੁਸੀਂ ਫਾਈਲਾਂ ਖੁੱਲਣ ਦੀ ਗੱਲ ਕਰਦੇ ਹੋ, ਹੁਣ ਮੈਨੂੰ ਲੱਗਦਾ ਫਾਈਲਾਂ ਖੁੱਲਣ ਤੋਂ ਸਾਨੂੰ ਪਤਾ ਲੱਗੂਗਾ ਕਿ ਕਿਹੜੇ-ਕਿਹੜੇ ਮੰਤਰੀ ਜਾਂ ਕਿਹੜੇ-ਕਿਹੜੇ ਐਮਐਲਏ ਉਸ ਵਿੱਚ ਸ਼ਾਮਿਲ ਸੀ, ਤਾਂ ਕਿ ਇਹ ਐਕਸਪੋਜ਼ ਕੀਤੇ ਜਾ ਸਕਣ ਤੇ ਇਹਨਾਂ ਨੂੰ, ਜੇ ਇਹਨਾਂ ਦੀ ਕਿਸੇ ਤਰ੍ਹਾਂ ਦੀ ਵੀ ਸ਼ਮੂਲੀਅਤ ਪਾਈ ਜਾਂਦੀ ਹੈ ਤੇ ਫਿਰ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ। ਬਿਲਕੁਲ। ਸੋ ਆਉਂਦੇ ਦਿਨਾਂ ਦੇ ਵਿੱਚ ਸਿਆਸਤ ਬੜੀ ਦਿਲਚਸਪ ਰਹਿਣੀ ਹੈ, ਕਿਉਂਕਿ ਭਗਵੰਤ ਮਾਨ ਦੀ ਇਮਾਨਦਾਰੀ ਤੇ ਕਿਸੇ ਨੂੰ ਸ਼ੱਕ ਨਹੀਂ। ਅਗਰ ਭਗਵੰਤ ਮਾਨ ਨੇ ਉਹ ਕੰਮ ਕਰਤਾ ਜਿਹੜੇ ਕੈਪਟਨ ਅਮਰਿੰਦਰ ਨਹੀਂ ਕਰ ਸਕੇ, ਭਾਵ ਕਿ ਕਰਪਟ ਮੰਤਰੀਆਂ ਦੀਆਂ ਫਾਈਲਾਂ ਖੋਲਤੀਆਂ, ਤੇ ਫਿਰ ਮੈਨੂੰ ਲੱਗਦਾ ਹੈ ਕਿ 2024 ਆਮ ਆਦਮੀ ਪਾਰਟੀ ਨੂੰ ਹੁਣੇ ਜੇਤੂ ਨਜ਼ਰ ਆਉਣ ਲੱਗ ਜਾਣਾ ਹੈ। ਤੇ ਫਿਰ ਮੁਕਾਬਲਾ ਘੱਟੋ ਘੱਟ ਕਾਂਗਰਸ ਨਾਲ ਤਾਂ ਨਹੀਂ ਹੁੰਦਾ। ਇਹ ਸੰਕੇਤ ਸਾਫ਼ ਨਜ਼ਰ ਆਉਂਦੇ ਨੇ। ਬਾਕੀ ਜਦੋਂ ਜਾਂਚ ਹੋਏਗੀ ਫਿਰ ਪਤਾ ਲੱਗੂਗਾ। ਕਿਸੇ ਇਮਾਨਦਾਰੀ ਤੇ ਅਸੀਂ ਸਵਾਲ ਖੜਾ ਨਹੀਂ ਕਰ ਸਕਦੇ, ਪਰ ਹਾਂ ਜਿਹੜੇ ਕਰਪਟ ਨੇ ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਣੀ ਜ਼ਰੂਰੀ ਹੈ। ਭੀੜ ਹੈ, ਭੀੜ ਚੋਂ ਨਿਸ਼ਾਨਦੇਹੀ ਸਰਕਾਰ ਨੇ ਕਰਨੀ ਹੈ। ਹੁਣ ਵੇਖਦੇ ਹਾਂ ਸਰਕਾਰ ਕਦੋਂ ਇਹਨਾਂ ਸੰਕੇਤਕ ਫੈਸਲਿਆਂ ਨੂੰ ਅਮਲੀ ਰੂਪ ਦੇ ਵਿੱਚ ਜਾਮਾ ਪਹਿਨਾਉਂਦੀ ਹੈ। ਉਂਝ ਜਲੰਧਰ 'ਚ ਸੰਕੇਤ ਦੇ ਦਿੱਤੇ ਸੀ ਭਗਵੰਤ ਮਾਨ ਨੇ ਸਕਾਲਰਸ਼ਿਪ ਮਾਮਲੇ ਤੇ, ਬਾਕੀ ਮਾਮਲਿਆਂ ਤੇ ਹੁਕਮ ਕਦੋਂ ਹੁੰਦੇ ਨੇ ਇਹ ਵੇਖਣ ਵਾਲੀ ਗੱਲ ਰਹੇਗੀ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਰੰਧਾਵਾ ਜੀ, ਤੁਸੀਂ ਵਕਤ ਕੱਢਿਆ। ਫਿਰ ਇੱਕ ਵਾਰੀ ਮੁਲਾਕਾਤ ਹੋਏਗੀ ਕੱਲ। ਬਹੁਤ ਧੰਨਵਾਦ ਸਰ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ।